Hello, good morning 8th class. Today we will do the second chapter of your civics, which is understanding secularism. First of all, we should know what is secularism. Secularism मतलब ਕੀ ਹੁੰਦਾ ਬੱਚੇ, ਆਪਾਂ ਕਿਸੇ ਵੀ ਰਿਲੀਜਨ ਨੂੰ ਫੋਲੋ ਕਰ ਸਕਦੇ ਹਾਂ ਹੈ ਨਾ। ਆਪਣੀ ਕੰਟਰੀ ਦੇ ਵਿੱਚ ਹਰ ਇੱਕ ਰਿਲੀਜਨ ਨੂੰ ਫੋਲੋ ਕਰਨ ਦਾ ਹਰ ਇੱਕ ਨੂੰ ਮਤਲਬ ਕਿ ਆਪਣਾ ਪਰਸਨਲ ਬਿਲੀਫ ਜਿਹੜੇ ਵੀ ਹੁੰਦੇ ਨੇ ਆਪਣੇ ਰਿਲੀਜਨ ਦੇ ਨਾਲ ਰਿਲੇਟਡ ਹੈ ਨਾ, ਆਪਾਂ ਉਹਨੂੰ ਫੋਲੋ ਕਰ ਸਕਦੇ ਹਾਂ। ਆਪਾਂ ਨੂੰ ਕੋਈ ਹੇਟ ਨਹੀਂ ਕਰ ਸਕਦਾ ਆਪਣੇ ਰਿਲੀਜਨ ਦੇ ਬੇਸਿਸ 'ਤੇ। ਆਪਾਂ ਕਿਸੇ ਨੂੰ ਵੀ ਇਹ ਮਤਲਬ ਕਿ ਕੋਈ ਮਨਾਹੀ ਨਹੀਂ ਹੈਗੀ ਕਿ ਕੋਈ ਧਰਮ ਫੋਲੋ ਨਹੀਂ ਕਰ ਸਕਦਾ, ਠੀਕ ਹੈ। ਮਤਲਬ ਆਪਾਂ ਇੱਕ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਫੰਡਾਮੈਂਟਲ ਰਾਈਟ ਹੈ ਆਪਣਾ ਹੈ ਨਾ, ਅਤੇ ਹਰੇਕ ਇੰਡੀਵਿਜੂਅਲ ਨੂੰ ਅਲਾਓ ਕਰਦਾ ਆਪਣਾ ਇੰਡੀਅਨ ਕੋਨਸਟੀਟਿਊਸ਼ਨ ਕਿ ਆਪਾਂ ਆਪਣੇ ਮਤਲਬ ਕਿ ਰਿਲੀਜੀਅਸ ਬਿਲੀਫਸ ਅਤੇ ਪ੍ਰੈਕਟਿਸਿਸ ਨੇ ਜਿਹੜੇ ਉਹਨਾਂ ਨੂੰ ਇੰਜੋਏ ਕਰ ਸਕਦੇ ਹਾਂ ਫਰੀਡਮ ਦੇ ਨਾਲ, ਠੀਕ ਹੈ। ਹੁਣ ਆਪਾਂ ਸਟਾਰਟ ਕਰਦੇ ਹਾਂ ਚੈਪਟਰ। ਹਿਸਟਰੀ ਪ੍ਰੋਵਾਈਡਸ ਅਸ ਵਿਦ ਮੈਨੀ ਐਗਜ਼ਾਮਪਲਸ ਆਫ ਡਿਸਕ੍ਰਿਮੀਨੇਸ਼ਨ, ਐਕਸਕਲੂਜਨ ਐਂਡ ਪਰਸੀਕਿਊਸ਼ਨ ਔਨ ਦਾ ਗਰਾਊਂਡਸ ਆਫ ਰਿਲੀਜਨ। ਮਤਲਬ ਕਿ ਹਿਸਟਰੀ ਦੇ ਵਿੱਚ ਸਾਨੂੰ ਬਹੁਤ ਕੁਛ ਮਿਲਦਾ ਕਿ ਹਾਂ ਵਿਤਕਰਾ ਕੀਤਾ ਜਾਂਦਾ ਸੀਗਾ ਲੋਕਾਂ ਨਾਲ ਵੱਖ-ਵੱਖ ਬੇਸਿਸ ਦੇ ਉੱਤੇ। ਯੂ ਮੇ ਹੈਵ ਰੈਡ ਅਬਾਊਟ ਹਾਊ ਜਿਊਜ਼ ਵਰ ਪਰਸੀਕਿਊਟਡ ਇਨ ਹਿਟਲਰਸ ਜਰਮਨੀ ਐਂਡ ਹਾਊ ਸੈਵਰਲ ਮਿਲੀਅਨਸ ਵਰ ਕਿਲਡ। ਹਿਟਲਰ ਨੇ ਆਪਣੀ ਜਰਮਨੀ ਕੰਟਰੀ ਦੇ ਵਿੱਚ ਕਈ ਸਾਰੇ ਜਿਊਜ਼ ਦਾ ਕਤਲ ਕਰਤਾ ਸੀ, ਠੀਕ ਹੈ, ਅਤੇ ਕਿੰਨੇ ਮਤਲਬ ਲੱਖਾਂ ਲੋਕ ਕਤਲ ਕੀਤੇ ਗਏ ਸੀ। ਨਾਓ ਹਾਊ ਐਵਰ ਦਾ ਜੂਇਸ਼ ਸਟੇਟ ਆਫ ਇਜ਼ਰਾਈਲ ਟਰੀਟਸ ਇਟਸ ਓਨ ਮੁਸਲਿਮ ਐਂਡ ਕ੍ਰਿਸਚਨ ਮਨੋਰਿਟੀਜ਼ ਕੁਆਇਟ ਬੈਡਲੀ। ਕਹਿੰਦੇ ਹੁਣ ਅੱਜ ਜੂਇਸ਼ ਸਟੇਟ ਹੈ ਜਿਹੜੇ ਕਿ ਜਿੱਥੇ ਜੂਇਸ਼ ਜ਼ਿਆਦਾ ਰਹਿੰਦੇ ਨੇ ਹੈ ਨਾ, ਅਤੇ ਉਹ ਕੀ ਕਰਦੇ ਨੇ ਮੁਸਲਿਮ ਅਤੇ ਕ੍ਰਿਸਚਨ ਮਨੋਰਿਟੀਜ਼ ਨਾਲ ਮਤਲਬ ਕਿ ਬੁਰਾ ਵਿਵਹਾਰ ਕਰਦੇ ਨੇ ਹੈ ਨਾ, ਬੁਰੇ ਤਰੀਕੇ ਨਾਲ ਟਰੀਟ ਕਰਦੇ ਨੇ ਉਹਨਾਂ ਨੂੰ। ਇਨ ਸਾਊਦੀ ਅਰੇਬੀਆ ਨੋਨ ਮੁਸਲਿਮਸ ਆਰ ਨਾਟ ਅਲਾਊਡ ਟੂ ਬਿਲਡ ਅ ਟੈਂਪਲ ਚਰਚ ਐਟਸੈਟਰਾ ਐਂਡ ਨੋਰ ਦੇ ਕੈਨ ਗੈਦਰ ਇਨ ਪਬਲਿਕ ਪਲੇਸ ਫੋਰ ਪ੍ਰੇਅਰ। ਸਾਊਦੀ ਅਰੇਬੀਆ ਦੇ ਵਿੱਚ ਕੀ ਹੁੰਦਾ, ਨੋਨ ਮੁਸਲਿਮਸ ਨੂੰ ਅਲਾਊ ਨਹੀਂ ਕੀਤਾ ਜਾਂਦਾ ਕਿ ਉਹ ਟੈਂਪਲ ਜਾਂ ਚਰਚ ਦੇ ਵਿੱਚ ਜਾ ਸਕਣ ਅਤੇ ਆਪਣਾ ਮਤਲਬ ਕਿ ਰਿਲੀਜਨ ਹੈ ਜਿਹੜਾ ਉਹਨੂੰ ਮਤਲਬ ਕਿ ਫਰੀਡਮ ਨਾਲ ਇੰਜੋਏ ਕਰ ਸਕਣ ਹੈ ਨਾ। In all of the above examples, member of one religious community either persecute or discriminate against member of other religious communities। ਆਪਾਂ ਸਾਰੀਆਂ ਐਗਜ਼ਾਮਪਲਸ ਦੇ ਵਿੱਚ ਪੜ੍ਹਿਆ ਕਿ ਕਿਸੇ ਇੱਕ ਧਰਮ ਦੇ ਲੋਕ ਦੂਜੇ ਧਰਮ ਦੇ ਲੋਕਾਂ ਨਾਲ ਮਤਲਬ ਕਿ ਵਿਤਕਰਾ ਕਰਦੇ ਨੇ ਹੈ ਨਾ, ਉਹਨਾਂ ਦੀ ਲਾਈਫ ਹੈ ਜਿਹੜੀ ਉਹ ਫਰੀਡਮ ਨਾਲ ਜਿਉਣ ਦਾ ਹੱਕ ਨਹੀਂ ਦਿੰਦੇ। ਅਤੇ These acts of discrimination take place more easily when one religion is given official recognition by the state at the expense of other religion। ਇਹ ਡਿਸਕ੍ਰਿਮੀਨੇਸ਼ਨਾਂ ਕਿਉਂ ਹੁੰਦੀਆਂ ਨੇ, ਜਦੋਂ ਇੱਕ ਧਰਮ ਨੂੰ ਜ਼ਿਆਦਾ ਮਹਾਨਤਾ ਦੇ ਦਿੰਦੀ ਹੈ ਕੋਈ ਸਟੇਟ ਜਾਂ ਕੰਟਰੀ, ਠੀਕ ਹੈ, ਅਤੇ ਦੂਸਰਾ ਧਰਮ ਆਟੋਮੈਟਿਕਲੀ ਡਿਪਰੈਸ ਹੋ ਜਾਂਦੇ ਨੇ, ਠੀਕ ਹੈ, ਉਹਨਾਂ ਨੂੰ ਨੀਵਾਂ ਦਿਖਾਇਆ ਜਾਣ ਲੱਗ ਜਾਂਦਾ ਗਾ। Clearly no one would wish to be discriminated against because of the religion or not dominated by the another religion। In India can the state discriminate against citizens on the ground of their religion। ਕਹਿੰਦੇ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋਵੇ ਉਹਨਾਂ ਦੇ ਧਰਮ ਦੇ ਬੇਸਿਸ 'ਤੇ, ਅਤੇ ਉਹਨਾਂ ਨੂੰ ਕੋਈ ਦੂਸਰੇ ਧਰਮ ਵਾਲਾ ਉਹਨਾਂ ਦੇ ਆਪਣੇ ਧਰਮ ਨੂੰ ਨੀਵਾਂ ਜਾਂ ਛੋਟਾ ਕਹੇ, ਠੀਕ ਹੈ। ਇੰਡੀਆ ਦੇ ਵਿੱਚ ਕੀ ਇੱਦਾਂ ਹੁੰਦਾ, ਆਪਾਂ ਪੜ੍ਹਦੇ ਹਾਂ ਵਾਟ ਇਜ਼ ਸੈਕੂਲਰਿਜ਼ਮ। ਸੈਕੂਲਰਿਜ਼ਮ ਹੁੰਦਾ ਕੀ ਹੈਗਾ। In the previous chapter you read about how the Indian Constitution contains fundamental rights that protect us against state power as well as against the tyranny of the majority। ਆਪਾਂ ਕਹਿੰਦੇ ਪੁਰਾਣੇ ਚੈਪਟਰ ਦੇ ਵਿੱਚ ਪੜ੍ਹਿਆ ਗਾ ਕਿ ਇੰਡੀਅਨ ਕੌਨਸਟੀਟਿਊਸ਼ਨ ਸਾਨੂੰ ਕਿੱਦਾਂ ਅਲਾਓ ਕਰਦਾ, ਫੰਡਾਮੈਂਟਲ ਰਾਈਟ ਸਾਨੂੰ ਪ੍ਰੋਟੈਕਟ ਕਰਦੇ ਨੇ ਕਿਸੇ ਸਟੇਟ ਦੇ ਵਿੱਚ, ਕਿ ਮੈਜੋਰਿਟੀ ਹੈ ਉਹ ਆਪਾਂ ਨੂੰ ਹਾਰਮ ਨਹੀਂ ਕਰ ਸਕਦੀ। ਕਿਸੇ ਵੀ ਪ੍ਰਕਾਰ ਦੀ ਮੈਜੋਰਿਟੀ ਹੋ ਸਕਦੀ ਹੈ, ਉਹ ਲੋਕਾਂ ਦੇ ਧਰਮ ਦੀ ਹੋ ਸਕਦੀ ਹੈ, ਠੀਕ ਹੈ, ਜਾਂ ਲੋਕਾਂ ਦੇ ਇਕੱਠ ਦੀ। ਆਪਾਂ ਕੋਈ ਵੀ ਮੈਜੋਰਿਟੀ ਕਿਸੇ ਮਿਨੋਰਿਟੀ ਨੂੰ ਹਾਰਮ ਨਹੀਂ ਕਰ ਸਕਦੀ। ਇਹ ਆਪਣਾ ਫੰਡਾਮੈਂਟਲ ਰਾਈਟ ਹੈ, ਠੀਕ ਹੈ, ਕਿ ਆਪਾਂ ਬੇਸ਼ੱਕ ਆਪਾਂ ਮਾਈਨੋਰਿਟੀ ਦੇ ਵਿੱਚ ਹਾਂ, ਬੇਸ਼ੱਕ ਆਪਾਂ ਮੈਜੋਰਿਟੀ ਦੇ ਵਿੱਚ ਹਾਂ, ਆਪਾਂ ਕਿਸੇ ਨੂੰ ਨਾ ਹਾਰਮ ਕਰ ਸਕਦੇ ਹਾਂ ਅਤੇ ਨਾ ਕੋਈ ਆਪਾਂ ਨੂੰ ਹਾਰਮ ਕਰ ਸਕਦਾ, ਠੀਕ ਹੈ। The Indian Constitution allows individuals the freedom to live by their religious beliefs and practices as they interpret these। ਮਤਲਬ ਕਿ ਇੰਡੀਅਨ ਕੌਨਸਟੀਟਿਊਸ਼ਨ ਕੀ ਅਲਾਓ ਕਰਦਾ ਗਾ, ਸਾਨੂੰ ਸਾਡੇ ਜਿਹੜਾ ਰਿਲੀਜਨ ਹੈ ਉਹਨੂੰ ਫਰੀਡਮ ਨਾਲ ਆਪਾਂ ਜਿਉਣ ਦੀ, ਠੀਕ ਹੈ, ਅਤੇ ਆਪਣੇ ਜਿਹੜੇ ਬਿਲੀਫਸ ਨੇ ਆਪਣੇ ਵਿਸ਼ਵਾਸ ਨੇ ਸਾਡੇ ਧਰਮ ਦੇ ਨਾਲ ਉਹਨਾਂ ਨੂੰ ਆਪਾਂ ਪ੍ਰੈਕਟਿਸ ਕਰ ਸਕਦੇ ਹਾਂ ਬਿਨਾਂ ਕਿਸੇ ਦੀ ਨੋਕ ਝੋਕ ਜਾਂ ਬਿਨਾਂ ਕਿਸੇ ਦੇ ਵਿਤਕਰੇ ਤੋਂ, ਬਿਨਾਂ ਕਿਸੇ ਦੀ ਹੀਣ ਭਾਵਨਾ ਤੋਂ, ਠੀਕ ਹੈ। ਇਨ ਕੀਪਿੰਗ ਵਿਦ ਦਿਸ ਆਈਡੀਆ ਆਫ ਰਿਲੀਜੀਅਸ ਫਰੀਡਮ ਫॉर ਆਲ, India also adopted a strategy of separating the power of religion and the power of state। ਇਹ ਚੀਜ਼ ਨੂੰ ਰਿਲੀਜੀਅਸ ਫਰੀਡਮ ਸਾਰਿਆਂ ਨੂੰ ਦੇਣ ਵਾਸਤੇ ਇੰਡੀਆ ਨੇ ਇੱਕ ਸਟ੍ਰੈਟਜੀ ਅਡੋਪਟ ਕੀਤੀ ਹੈ, ਅਪਣਾਈ ਹੈ, ਠੀਕ ਹੈ, ਜਿਹਦੇ ਵਿੱਚ ਪਾਵਰ ਆਫ ਰਿਲੀਜਨ ਨੂੰ ਸੈਪਰੇਟ ਕੀਤਾ ਗਿਆ ਅਤੇ ਪਾਵਰ ਆਫ ਸਟੇਟ ਨੂੰ ਸੈਪਰੇਟ, ਠੀਕ ਹੈ। ਸੈਕੂਲਰਿਜ਼ਮ ਰੈਫਰਸ ਟੂ ਦਿਸ ਸੈਪਰੇਸ਼ਨ ਆਫ ਰਿਲੀਜੀਅਸ ਫਰੋਮ ਦਾ ਸਟੇਟ। ਸੈਕੂਲਰਿਜ਼ਮ ਕੀ ਹੁੰਦਾ ਗਾ, ਮਤਲਬ ਕਿ ਇੱਕ ਸਟੇਟ ਦੀ ਪਾਵਰ ਤੋਂ ਰਿਲੀਜੀਅਸ ਦੀ ਜਿਹੜੀ ਪਾਵਰ ਹੈ, ਠੀਕ ਹੈ, ਉਹਨੂੰ ਸੈਪਰੇਟ ਕਰਨਾ, ਇਹਨੂੰ ਕਹਿੰਦੇ ਨੇਗੇ ਸੈਕੂਲਰਿਜ਼ਮ, ਠੀਕ ਹੈ।
ਵਾਈ ਇਜ਼ ਇਟ ਇੰਪੋਰਟੈਂਟ ਟੂ ਸੈਪਰੇਟ ਰਿਲੀਜਨ ਫਰੋਮ ਦਾ ਸਟੇਟ ਦੇ ਨਾਲੋਂ ਰਿਲੀਜਨ ਨੂੰ ਸੈਪਰੇਟ ਕਰਨਾ ਇੰਪੋਰਟੈਂਟ ਕਿਉਂ ਸੀ, ਠੀਕ ਹੈ। ਐਜ਼ ਡਿਸਕਸਡ ਅਬਵ ਦਾ ਮੋਸਟ ਅਸਪੈਕਟ ਆਫ ਸੈਕੂਲਰਿਜ਼ਮ ਇਜ਼ ਇਟਸ ਸੈਪਰੇਸ਼ਨ ਆਫ ਰਿਲੀਜਨ ਫਰੋਮ ਦਾ ਸਟੇਟ ਪਾਵਰ। ਮੋਸਟ ਇੰਪੋਰਟੈਂਟ ਐਸਪੈਕਟ ਹੈ, ਠੀਕ ਹੈ, ਸੈਕੂਲਰਿਜ਼ਮ ਦਾ ਜਿਹੜਾ। ਦਿਸ ਇਜ਼ ਇੰਪੋਰਟੈਂਟ ਫॉर ਅ ਕੰਟਰੀ ਟੂ ਫੰਕਸ਼ਨ ਡੈਮੋਕ੍ਰੈਟਿਕਲੀ ਕੀ ਹੁੰਦਾ ਬੱਚੇ, ਮਤਲਬ ਕਿ ਕੋਈ ਆਪਾਂ ਆਪਣਾ ਜਿਹੜਾ ਲੀਡਰ ਚੁਣਦੇ ਹਾਂ, ਠੀਕ ਹੈ, ਜੇ ਆਪਾਂ ਇੱਕ ਧਰਮ ਦੇ ਬੇਸਿਸ 'ਤੇ ਆਪਾਂ ਆਪਣੇ ਲੀਡਰ ਨੂੰ ਚੁਣਨ ਲੱਗ ਗਏ ਤਾਂ ਹੋ ਸਕਦਾ ਆਪਾਂ ਕਿਤੇ ਨਾ ਕਿਤੇ ਗਲਤ ਹੋਈਏ, ਆਪਾਂ ਰੋਂਗ ਲੀਡਰ ਚੂਜ਼ ਕਰ ਸਕਦੇ ਹਾਂ, ਠੀਕ ਹੈ। ਦਿਸ ਇਜ਼ ਇੰਪੋਰਟੈਂਟ ਫॉर ਅ ਕੰਟਰੀ ਟੂ ਫੰਕਸ਼ਨ ਡੈਮੋਕ੍ਰੈਟਿਕਲੀ। ਸੋ ਇਹ ਇੰਪੋਰਟੈਂਟ ਹੈ, ਠੀਕ ਹੈ, ਇੱਕ ਕੰਟਰੀ ਨੂੰ ਡੈਮੋਕ੍ਰੈਟਿਕਲੀ ਵਰਕ ਕਰਨ ਦੇ ਲਈ। ਆਲਮੋਸਟ ਆਲ ਕੰਟਰੀਜ਼ ਆਫ ਦਾ ਵਰਲਡ ਵਿਲ ਹੈਵ ਮੋਰ ਦੈਨ ਵਨ ਰਿਲੀਜੀਅਸ ਗਰੁੱਪ ਲਿਵਿੰਗ ਇਨ ਦੈਮ। ਕਹਿੰਦੇ ਲਗਭਗ ਸਾਰੀਆਂ ਕੰਟਰੀਆਂ ਦੇ ਵਿੱਚ ਇੱਕ ਤੋਂ ਜ਼ਿਆਦਾ ਰਿਲੀਜਨ ਦੇ ਲੋਕ ਰਹਿੰਦੇ ਹੋਣਗੇ, ਠੀਕ ਹੈ। with these religious groups there will most likely be one group that is in majority. If this majority religious groups has access to state power, then it could quite easily use this power and financial resources to discriminate against and persecute persons of other religions. ਕਹਿੰਦੇ ਜੇ ਹਾਂ ਇਹ ਵੀ ਗੱਲ ਹੈ ਨਾ, ਜੇ ਡਿਫਰੈਂਟ ਰਿਲੀਜਨ ਦੇ ਲੋਕ ਰਹਿੰਦੇ ਹੋਣਗੇ ਕਿਸੇ ਸਟੇਟ ਦੇ ਵਿੱਚ ਤਾਂ ਓਬਵੀਅਸ ਜੀ ਗੱਲ ਹੈ ਕਿਸੇ ਇੱਕ ਰਿਲੀਜਨ ਦੇ ਜਾਂ ਕਿਸੇ ਇੱਕ ਕਾਸਟ ਦੇ ਲੋਕ ਮੈਜੋਰਿਟੀ ਦੇ ਵਿੱਚ ਹੋਣਗੇ, ਜ਼ਿਆਦਾ ਗਿਣਤੀ ਦੇ ਵਿੱਚ ਹੋਣਗੇ, ਫਿਰ ਤਾਂ ਇੱਦਾਂ ਹੋਇਆ ਕਰੂਗਾ ਕਿ ਸਟੇਟ ਦੀ ਜਿਹੜੀ ਵੀ ਪਾਵਰ ਹੋਊਗੀ, ਠੀਕ ਹੈ, ਸਟੇਟ ਦੇ ਜਿਹੜੇ ਰਿਸੋਰਸਿਸ ਹੋਣਗੇ ਉਹ ਸਾਰੇ ਮੈਜੋਰਿਟੀ ਨੂੰ ਮਿਲ ਜਾ ਕਰਨਗੇ, ਮਿਨੋਰਿਟੀ ਵੱਲ ਕਿਸੇ ਨੇ ਧਿਆਨ ਨਹੀਂ ਦੇਣਾ, ਹੈ ਨਾ। ਦਿਸ ਟਰੈਨੀ ਆਫ ਦਾ majority could result in the discrimination, coercion and at times even the killing of religious minorities. ਇਹ ਕਹਿੰਦੇ ਜਿਹੜਾ ਮਤਲਬ ਕਿ ਮੈਜੋਰਿਟੀ ਦਾ ਇੱਕ ਕਾਰਨ ਹੈ, ਠੀਕ ਹੈ। ਮੈਜੋਰਿਟੀ ਫਿਰ ਤਾਂ ਜੇ ਇੱਦਾਂ ਹੋਣ ਲੱਗ ਗਿਆ ਫਿਰ ਮੈਜੋਰਿਟੀ ਕੀ ਕਰਿਆ ਕਰੂਗੀ, ਡਿਸਕ੍ਰਿਮੀਨੇਟ ਕਰਿਆ ਕਰੂਗੀ ਅਤੇ ਆਪਣੇ ਤੋਂ ਘੱਟ ਜਾਤੀ ਵਾਲੇ ਨੂੰ ਈਵਨ ਕਿ ਮਾਰ ਵੀ ਸਕਦੇ ਨੇ, ਹੈ ਨਾ, ਡੈਡ ਮਤਲਬ ਕਿ ਕਿਲ ਵੀ ਕਰ ਸਕਦੇ ਨੇ। ਦਾ ਮੈਜੋਰਿਟੀ ਕੁਡ ਕੁਆਇਟ ਈਜ਼ਲੀ ਪ੍ਰੀਵੈਂਟ ਮਾਈਨੋਰਿਟੀਜ਼ ਫਰੋਮ ਪ੍ਰੈਕਟਾਈਜ਼ਿੰਗ ਦੇਅਰ ਰਿਲੀਜਨਸ। ਮੈਜੋਰਿਟੀ ਉਹਨਾਂ ਨੂੰ ਹਾਰਮ ਕਰੂਗੀ, ਠੀਕ ਹੈ, ਉਹਨਾਂ ਨੂੰ ਆਪਣਾ ਰਿਲੀਜਨ ਜਿਹੜਾ ਮਿਨੋਰਿਟੀ ਹੈ ਉਹਨਾਂ ਨੂੰ ਉਹਨਾਂ ਦਾ ਰਿਲੀਜਨ ਫੋਲੋ ਕਰਨ ਤੋਂ ਰੋਕੂਗੀ, ਕੋਈ ਨਾ ਕੋਈ ਮਤਲਬ ਕਿ ਉਹਨਾਂ ਨੂੰ ਡਿਸਕ੍ਰਿਮੀਨੇਟ ਕਰੂਗੀ, ਹੈ ਨਾ, ਸਾਰਾ ਕੁਛ। any form of domination based on religion is in violation of the rights that democratic society guarantees to each and every citizen irrespective of the religion. ਸੋ ਸਾਰਿਆਂ ਨੂੰ ਇਹ ਇੰਨੀ ਕੁ ਮਤਲਬ ਕਿ ਫਰੀਡਮ ਹੈ, ਠੀਕ ਹੈ, ਕਿ ਆਪਣਾ ਰਿਲੀਜਨ ਹੈ, ਆਪਣੇ ਰਿਲੀਜਨ ਨੂੰ ਫੋਲੋ ਕਰਨ ਤੋਂ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਅਤੇ ਇਹ ਸੁਸਾਇਟੀ ਆਪਾਂ ਨੂੰ ਗਰੰਟੀ ਕਰਦੀ ਹੈ, ਠੀਕ ਹੈ, ਕਿ ਆਪਾਂ ਨੂੰ ਕੋਈ ਡਿਸਕ੍ਰਿਮੀਨੇਸ਼ਨ ਕਰਨਾ ਵੀ ਨਹੀਂ ਚਾਹੀਦਾ। ਆਪਾਂ ਨੂੰ ਵੀ ਹੱਕ ਹੈ ਕਿ ਆਪਾਂ ਕਿਸੇ ਨੂੰ ਡਿਸਕ੍ਰਿਮੀਨੇਟ ਨਾ ਕਰੀਏ। Therefore, the tyranny of the majority and the violation of fundamental rights that can result in is one reason why it is important to separate the state. ਸੋ ਇਹ ਚੀਜ਼ ਮਤਲਬ ਜ਼ਰੂਰੀ ਹੈ, ਠੀਕ ਹੈ, ਕਿ ਹਾਂ ਜੇ ਮਤਲਬ ਕਿ ਆਪਣਾ ਜਿਹੜਾ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਵਾਇਓਲੇਟ ਨਾ ਕੀਤਾ ਜਾਵੇ, ਉਹਨਾਂ ਦੀ ਉਲੰਘਣਾ ਨਾ ਕੀਤੀ ਜਾਵੇ, ਹੈ ਨਾ। ਸੋ ਇਹ ਚੀਜ਼ ਜ਼ਰੂਰੀ ਹੈ ਕਿ ਜਿਹੜਾ ਆਪਣਾ ਸਟੇਟ ਪਾਵਰ ਅਤੇ ਰਿਲੀਜਨ ਨੂੰ ਹੈ, ਠੀਕ ਹੈ, ਇਹਨਾਂ ਦੋਨਾਂ ਨੂੰ ਮਤਲਬ ਕਿ ਡਿਫਰੈਂਸ਼ੀਏਟ ਜਾਂ ਸੈਪਰੇਟ ਕੀਤਾ ਜਾਵੇ, ਠੀਕ ਹੈ। Another reason that it is important to separate religion from the state in democratic society is ਇੱਕ ਹੋਰ ਰੀਜ਼ਨ ਹੈ because we also need to protect the freedom of individuals to exit from their religion, embrace another religion or have the freedom to interpret religious teachings differently. ਹੁਣ ਕਿਸੇ ਇੱਕ ਪਰਸਨ ਦੀ ਫਰੀਡਮ ਹੈ, ਠੀਕ ਹੈ, ਇੰਡੀਵਿਜੂਅਲ ਇਕੱਲੇ ਪਰਸਨ ਦੀ, ਉਹ ਆਪਣਾ ਰਿਲੀਜਨ ਛੱਡ ਕੇ ਕੋਈ ਦੂਜਾ ਰਿਲੀਜਨ ਵੀ ਫੋਲੋ ਕਰ ਸਕਦਾ, ਠੀਕ ਹੈ, ਅਤੇ ਉਹਦੇ ਕੋਲ ਫਰੀਡਮ ਹੈ, ਉਹ ਸਾਰਿਆਂ ਨੂੰ ਮਤਲਬ ਸਾਰੇ ਧਰਮਾਂ ਦਾ ਟੀਚਿੰਗ ਮਤਲਬ ਕਿ ਆਪਾਂ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਮਤਲਬ ਕਿ ਆਪਾਂ ਨੇ ਜੇ ਆਪਣਾ ਧਰਮ ਛੱਡ ਕੇ ਕੋਈ ਹੋਰ ਧਰਮ ਫੋਲੋ ਕਰਨਾ, ਆਪਾਂ ਨੂੰ ਇਹਦੀ ਪੂਰੀ ਆਜ਼ਾਦੀ ਹੈ, ਠੀਕ ਹੈ, ਆਪਣੇ ਕੌਨਸਟੀਟਿਊਸ਼ਨ ਵੱਲੋਂ। ਅਤੇ ਆਪਾਂ ਜੇ ਉਸ ਧਰਮ ਬਾਰੇ ਕੁਛ ਸਿੱਖਣਾ ਚਾਹੁੰਦੇ ਹਾਂ, ਹੈ ਨਾ, ਜਾਂ ਅੱਗੇ ਉਸ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ, ਇਹਦੀ ਵੀ ਆਪਾਂ ਨੂੰ ਆਜ਼ਾਦੀ ਹੁੰਦੀ ਹੈ। ਟੂ ਅੰਡਰਸਟੈਂਡ ਦਿਸ ਪੁਆਇੰਟ ਬੈਟਰ ਲੈਟ ਅਸ ਟੇਕ ਦਾ ਪ੍ਰੈਕਟਿਸ ਆਫ ਅਨਟੱਚੇਬਿਲਿਟੀ। ਆਪਾਂ ਅਨਟੱਚੇਬਿਲਿਟੀ ਕਹਿੰਦੇ ਉਹਦੀ ਐਗਜ਼ਾਮਪਲ ਲੈ ਲੈਂਦੇ ਹਾਂ। ਯੂ ਮਾਈਟ ਫੀਲ ਦੈਟ ਯੂ ਡਿਸਲਾਈਕ ਦਿਸ ਪ੍ਰੈਕਟਿਸ ਵਿਦ ਇਨ ਹਿੰਦੂਇਜ਼ਮ ਐਂਡ ਦੇਅਰ ਫੋਰ ਯੂ ਵਾਂਟ ਟੂ ਟਰਾਈ ਐਂਡ ਰਿਫੋਰਮ ਇਟ। However, if state power were in the hands of those Hindus who support untouchability, then do you think that you would have an easy task to try and change this? ਅਨਟੱਚੇਬਿਲਿਟੀ ਕੀ ਹੈ? ਆਪਾਂ ਛੂਤ ਕਹਿ ਦਿੰਦੇ ਹਾਂ ਨਾ, ਛੂਤ ਵੀ ਆਪਾਂ ਕਿਸੇ ਨੂੰ ਟੱਚ ਨਹੀਂ ਕਰਨਾ, ਹੈ ਨਾ। ਇਹਦੇ ਨਾਲ ਕੀ ਹੁੰਦਾ, ਜੇ ਸਪੋਜ਼ ਕਰੋ ਆਪਾਂ ਹਿੰਦੂਇਜ਼ਮ ਨੂੰ ਬਿਲੋਂਗ ਕਰਦੇ ਹਾਂ, ਹੈ ਨਾ, ਅਤੇ ਆਪਾਂ ਫਿਰ ਇਹਨੂੰ ਅਨਟੱਚੇਬਿਲਿਟੀ ਆਪਣੀ ਸੁਸਾਇਟੀ ਦੇ ਵਿੱਚ ਹੈ। ਜੇ ਆਪਾਂ ਸਹੀ ਆਪਣੇ ਰਿਲੀਜਨ ਨੂੰ ਸਟੱਡੀ ਕਰਾਂਗੇ, ਆਪਾਂ ਨੂੰ ਸਹੀ ਨੌਲੇਜ ਹੋਊਗੀ, ਠੀਕ ਹੈ, ਆਪਾਂ ਫਿਰ ਕੀ ਕਰਾਂਗੇ, ਆਪਣਾ ਜਿਹੜਾ ਜੇ ਫੋਰ ਐਗਜ਼ਾਮਪਲ ਆਪਣਾ ਧਰਮ ਅਨਟੱਚੇਬਿਲਿਟੀ ਨੂੰ ਸਪੋਰਟ ਕਰਦਾ, ਠੀਕ ਹੈ, ਫਿਰ ਆਪਾਂ ਕੀ ਕਰਾਂਗੇ, ਜੇ ਆਪਾਂ ਨੂੰ ਸਹੀ ਨੌਲੇਜ ਹੋਊਗੀ, ਆਪਾਂ ਉਹਨੂੰ ਆਪਣੇ ਧਰਮ ਦੇ ਜਿਹੜੇ ਨਿਯਮ ਨੇ, ਠੀਕ ਹੈ, ਉਹਨਾਂ ਨੂੰ ਚੇਂਜ ਕਰਨ ਦੀ ਆਪਾਂ ਸਾਰਿਆਂ ਨੂੰ ਦੱਸਾਂਗੇ ਵੀ ਹਾਂ ਅਨਟੱਚੇਬਿਲਿਟੀ ਕੁਛ ਨਹੀਂ ਹੁੰਦਾ, ਇਹਨੂੰ ਨਹੀਂ ਆਪਾਂ ਕੀ ਕਹਿ ਸਕਦੇ ਹਾਂ, ਆਪਾਂ ਐਨਕਰੇਜ ਨਹੀਂ ਕਰਾਂਗੇ ਕਿ ਅਨਟੱਚੇਬਿਲਿਟੀ ਨੂੰ ਸਪੋਰਟ ਕਰੋ ਜਾਂ, ਹੈ ਨਾ, ਆਪਾਂ ਫਿਰ ਉਹਦੀ ਉਲੰਘਣਾ ਨਹੀਂ, ਸੌਰੀ, ਆਪਾਂ ਉਸ ਦਾ ਵਿਰੋਧ ਕਰਾਂਗੇ, ਹੈ ਨਾ।
ਵਿਰੋਧ ਕਰਕੇ ਆਪਾਂ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਕਿ ਹਾਂ ਅਨਟੱਚੇਬਿਲਿਟੀ ਕੁਛ ਵੀ ਨਹੀਂ ਹੈਗਾ ਇੱਦਾਂ ਦਾ, ਹੈ ਨਾ। ਆਪਾਂ ਸਾਰਿਆਂ ਨੂੰ ਇਹ ਕਹਾਂਗੇ ਅਨਟੱਚੇਬਿਲਿਟੀ ਨੂੰ ਸਪੋਰਟ ਨਹੀਂ ਕਰਨਾ ਆਪਾਂ ਨੇ, ਠੀਕ ਹੈ। ਸੋ ਈਵਨ ਇਫ ਯੂ ਆਰ ਅ ਪਾਰਟ ਆਫ dominant religious group, you might face a lot of resistance from fellow members of your community। ਜੇ ਕਹਿੰਦੇ ਡੋਮੀਨੈਂਟ ਮਤਲਬ ਜੇ ਆਪਣਾ ਧਰਮ ਦੇ ਲੋਕ ਘੱਟ ਨੇ, ਆਪਾਂ ਘੱਟ ਗਿਣਤੀ ਦੇ ਵਿੱਚ ਹੈ ਨਾ, ਆਪਾਂ ਨੂੰ ਬਹੁਤ ਸਾਰੀਆਂ ਥਾਵਾਂ ਤੋਂ ਰੋਕਿਆ ਜਾ ਸਕਦਾ, ਰੈਜ਼ਿਸਟੈਂਸ ਮਿਲੂਗੀ ਆਪਾਂ ਨੂੰ। ਮਤਲਬ ਕਿ ਆਪਾਂ ਨੂੰ ਆਪਣੇ ਜਿਹੜੇ ਧਰਮ ਨੂੰ ਫੋਲੋ ਕਰਨ ਤੋਂ, ਆਪਣੇ ਜਿਹੜੀਆਂ ਪ੍ਰੈਕਟਿਸਿਸ ਨੇ, ਆਪਣੇ ਜੋ ਆਪਣੇ ਕੀ ਕਹਿੰਦੇ ਹੁੰਦੇ ਨੇਗੇ, ਸੌਰੀ ਇੱਕ ਮਿੰਟ, ਜੋ ਆਪਣੇ ਰੀਤੀ ਰਿਵਾਜ ਨੇ, ਹੈ ਨਾ, ਉਹਨਾਂ ਨੂੰ ਆਪਾਂ ਫੋਲੋ ਕਰਨ ਤੋਂ ਆਪਾਂ ਨੂੰ ਰੋਕਿਆ ਜਾਊਗਾ। ਤਾਂ ਫਿਰ ਆਪਾਂ ਮਤਲਬ ਕਿ ਇਸ ਚੀਜ਼ ਦਾ ਆਪਾਂ ਵੀ ਸ਼ਿਕਾਰ ਹੋ ਸਕਦੇ ਹਾਂ। ਥੀਸ ਮੈਂਬਰਸ ਹੂ ਹੈਵ ਕੰਟਰੋਲ ਆਫ ਸਟੇਟ ਪਾਵਰ ਮਾਈਟ ਸੇ ਦੈਟ ਦੇਰ ਇਜ਼ ਓਨਲੀ ਵਨ ਇੰਟਰਪ੍ਰੀਟੇਸ਼ਨ ਆਫ ਹਿੰਦੂਇਜ਼ਮ ਐਂਡ ਦੈਟ ਯੂ ਡੂ ਨਾਟ ਹੈਵ ਦਾ ਫਰੀਡਮ ਟੂ ਇੰਟਰਪ੍ਰੈਟ ਦਿਸ ਡਿਫਰੈਂਟਲੀ। ਹੁਣ ਜੇਕਰ ਕਿਸੇ ਇੱਕ ਮਤਲਬ ਸਟੇਟ ਪਾਵਰ ਅਤੇ ਰਿਲੀਜਨ ਦੀ ਪਾਵਰ, ਹੈ ਨਾ, ਡਿਫਰੈਂਟ ਨਾ ਕੀਤੇ ਗਏ, ਸੈਪਰੇਟ ਨਾ ਕੀਤੇ ਗਏ, ਫਿਰ ਤਾਂ ਹਿੰਦੂਇਜ਼ਮ ਦੇ ਵਿੱਚ ਲੋਕ ਕੁਛ ਇੱਦਾਂ ਦੇ ਕਹਿ ਦੇਣਗੇ ਕਿ ਹਾਂ ਸਿਰਫ ਸਾਨੂੰ ਅਧਿਕਾਰ ਹੈਗਾ ਕਿ ਅਸੀਂ ਹਿੰਦੂਇਜ਼ਮ ਦੇ ਜਿਹੜੇ ਰੂਲਸ ਨੇ ਜਾਂ ਰੈਗੂਲੇਸ਼ਨਸ ਨੇ ਜਾਂ ਜਿਹੜਾ ਵੀ ਮਤਲਬ ਉਹਨਾਂ ਦਾ ਪੁਰਾਣਾ ਚੱਲਦਾ ਆ ਰਿਹਾ, ਹੈ ਨਾ, ਉਹਨੂੰ ਸਿਰਫ ਚੇਂਜ ਕਰਨ ਦਾ ਕਿਸੇ ਕੋਲ ਅਧਿਕਾਰ ਨਹੀਂ ਹੈਗਾ। ਫਿਰ ਇੱਦਾਂ ਤਾਂ ਮਤਲਬ ਕਿ ਕੁਛ ਗਲਤ ਗੱਲਾਂ ਵੀ, ਹੈ ਨਾ, ਜਿੱਦਾਂ ਲੋਕ ਅਨਟੱਚੇਬਿਲਿਟੀ ਨੂੰ ਇਨਕਰੇਜ ਕਰਦੇ ਨੇ, ਹੈ ਨਾ, ਇੱਦਾਂ ਹੀ ਬਹੁਤ ਗਲਤ ਗੱਲਾਂ, ਹੈ ਨਾ, ਆਪਣੇ ਧਰਮ ਦੇ ਵਿੱਚ ਅੱਗੇ ਪ੍ਰਚਲਿਤ ਹੋਈ ਜਾਣਗੀਆਂ, ਜੋ ਕਿ ਆਪਣੇ ਸੁਸਾਇਟੀ ਨੂੰ, ਆਪਣੇ ਰਿਲੀਜਨ ਨੂੰ ਅਤੇ ਆਪਣੇ ਕਲਚਰ ਨੂੰ ਖਰਾਬ ਕਰ ਸਕਦਾ, ਹੈ ਨਾ। ਵਾਟ ਇਜ਼ ਇੰਡੀਅਨ ਸੈਕੂਲਰਿਜ਼ਮ? ਇੰਡੀਅਨ ਸੈਕੂਲਰਿਜ਼ਮ ਕੀ ਹੁੰਦਾ ਗਾ? ਇੰਡੀਅਨ ਕੌਨਸਟੀਟਿਊਸ਼ਨ ਮੈਂਡੇਟਸ ਦੈਟ ਦ ਇੰਡੀਅਨ ਸਟੇਟ ਬੀ ਸੈਕੂਲਰ ਮਤਲਬ ਕਿ ਸਾਰੇ ਆਪੋ ਆਪਣੇ ਧਰਮ ਨੂੰ ਮੰਨ ਸਕਦੇ ਨੇ, ਹਰ ਇੱਕ ਨੂੰ ਆਜ਼ਾਦੀ ਆ, ਠੀਕ ਹੈ। ਅਕੋਰਡਿੰਗ ਟੂ ਦਾ ਕੌਨਸਟੀਟਿਊਸ਼ਨ ਓਨਲੀ ਅ ਸੈਕੂਲਰ ਸਟੇਟ ਕੈਨ ਰੀਅਲਾਈਜ਼ ਇਟਸ ਓਬਜੈਕਟਿਵ ਟੂ ਐਨਸ਼ੋਰ ਦਾ ਫੋਲੋਇੰਗ। ਕਿਹੜੀਆਂ ਚੀਜ਼ਾਂ ਮਤਲਬ ਐਨਸ਼ੋਰ ਹੁੰਦੀਆਂ ਨੇ ਸੈਕੂਲਰ ਸਟੇਟ ਦੇ ਵਿੱਚ? ਦੈਟ ਵਨ ਰਿਲੀਜੀਅਸ ਕਮਿਊਨਿਟੀ ਡਜ਼ ਨਾਟ ਡੋਮੀਨੇਟ ਅਦਰ। ਕੋਈ ਇੱਕ ਰਿਲੀਜਨ ਕਮਿਊਨਿਟੀ ਮਤਲਬ ਕਿ ਇਹ ਨਹੀਂ ਹੈਗਾ ਵੀ ਹਿੰਦੂ ਕਿਸੇ ਹੋਰ ਧਰਮ ਦੇ ਨੂੰ ਡੋਮੀਨੇਟ ਕਰਨਗੇ, ਉਹਨਾਂ ਦੇ ਉੱਤੇ ਆਪਣਾ ਦਾਅਵਾ ਪ੍ਰਗਟ ਕਰਨਗੇ, ਹੈ ਨਾ, ਉਹਨਾਂ ਨੂੰ ਡਿਪਰੈਸ ਕਰਨਗੇ, ਜਾਂ ਸਿੱਖ ਧਰਮ ਕਿਸੇ ਹੋਰ ਧਰਮ ਨੂੰ ਡਿਪਰੈਸ ਕਰੂਗਾ, ਹੈ ਨਾ। ਮਤਲਬ ਕਿ ਕੋਈ ਰਿਲੀਜੀਅਸ ਕਮਿਊਨਿਟੀ ਦੂਜੇ ਨੂੰ ਡੋਮੀਨੇਟ ਨਹੀਂ ਕਰ ਸਕਦੀ। ਦੈਟ ਸਮ ਮੈਂਬਰਸ ਡੂ ਨਾਟ ਡੋਮੀਨੇਟ ਅਦਰ ਮੈਂਬਰਸ ਆਫ ਸੇਮ ਰਿਲੀਜੀਅਸ ਕਮਿਊਨਿਟੀ। ਹੁਣ ਇਹ ਵੀ ਹੁੰਦਾ ਗਾ ਕਿ ਇੱਕ ਧਰਮ ਦੇ ਲੋਕ ਆਪਣੇ ਹੀ ਧਰਮ ਦੇ ਦੂਜੇ ਲੋਕਾਂ ਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਦੀ ਆ, ਉਹਨਾਂ ਦੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੀ ਆ। ਇਹ ਵੀ ਨਹੀਂ ਹੁੰਦਾ, ਹੈ ਨਾ, ਇਹ ਵੀ ਨਹੀਂ ਕਰਨ ਦਿੰਦਾ ਸੈਕੂਲਰ ਜਿਹੜੀ ਸਟੇਟ ਹੋਊਗੀ। ਦੈਟ ਦਾ ਸਟੇਟ ਡਜ਼ ਨਾਟ ਐਨਫੋਰਸ ਐਨੀ ਪਾਰਟੀਕੂਲਰ ਰਿਲੀਜਨ ਨੋਰ ਟੇਕ ਅਵੇ ਦਾ ਰਿਲੀਜੀਅਸ ਫਰੀਡਮ ਆਫ ਇੰਡੀਵਿਜੂਅਲਸ। ਹੁਣ ਕਿਸੇ 'ਤੇ ਵੀ ਆਪਾਂ ਕੋਈ ਵੀ ਧਰਮ ਥੋਪ ਨਹੀਂ ਸਕਦੇ ਅਤੇ ਕਿਸੇ ਨੂੰ ਵੀ ਆਪਾਂ ਫੋਰਸ ਨਹੀਂ ਕਰ ਸਕਦੇ ਕਿ ਹਾਂ ਤੂੰ ਇਹੀ ਧਰਮ ਫੋਲੋ ਕਰਨਾ, ਹੈ ਨਾ। ਨਾ ਤਾਂ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਹਾਂ ਤੂੰ ਆਪਣਾ ਧਰਮ ਛੱਡ ਕੇ ਇਹ ਫੋਲੋ ਕਰ, ਅਤੇ ਨਾ ਹੀ ਆਪਾਂ ਕਿਸੇ ਪਰਸਨ ਨੂੰ ਇਹ ਕਹਿ ਸਕਦੇ ਹਾਂ ਕਿ ਹਾਂ ਤੂੰ ਇਹੀ ਧਰਮ ਫੋਲੋ ਕਰਨਾ ਹਮੇਸ਼ਾ ਦੇ ਲਈ। ਇਹ ਦੋਨੇ ਚੀਜ਼ਾਂ ਮਤਲਬ ਆਪਾਂ ਕਿਸੇ ਉੱਤੇ ਫੋਰਸ ਨਹੀਂ ਕਰ ਸਕਦੇ। ਹਰ ਇੱਕ ਇੰਡੀਵਿਜੂਅਲ ਦੀ ਆਪਣੀ ਪਰਸਨਲ ਮਰਜ਼ੀ ਹੋਊਗੀ, ਠੀਕ ਹੈ। The Indian state works in various ways to prevent the above domination. First, it uses its strategy of distancing itself from the religion. ਇੰਡੀਅਨ ਸਟੇਟ ਯਾਨੀ ਕਿ ਸਟੇਟ ਅਤੇ ਧਰਮ ਦਾ ਮਤਲਬ ਡਿਫਰੈਂਟ ਕਰਤਾ, ਹੈ ਨਾ, ਸੈਪਰੇਟ ਕਰਤਾ ਦੋਨੇ ਚੀਜ਼ਾਂ। ਦ ਇੰਡੀਅਨ ਸਟੇਟ ਇਜ਼ ਨਾਟ ਰੂਲਡ ਬਾਈ ਦ ਰਿਲੀਜੀਅਸ ਗਰੁੱਪ ਨੋਰ ਡਜ਼ ਇਟ ਸਪੋਰਟ ਐਨੀ ਵਨ ਰਿਲੀਜਨ। ਕੋਈ ਵੀ ਸਟੇਟ ਆਪਣੇ ਇੰਡੀਆ ਦੀ, ਠੀਕ ਹੈ, ਜਾਂ ਕੰਟਰੀ ਹੈ, ਕਿਸੇ ਧਰਮ ਦੁਆਰਾ ਨਹੀਂ ਰੂਲ ਕੀਤੀ ਜਾਂਦੀ, ਹੈ ਨਾ। ਇਹ ਆਪਾਂ ਡੈਮੋਕ੍ਰੇਸੀ ਦੇ ਥਰੂ ਆਪਣੇ ਲੀਡਰ ਜਿਹੜੇ ਆ ਸਿਲੈਕਟ ਕਰ ਦਿਆਂਗੇ, ਠੀਕ ਹੈ। ਅਤੇ ਨਾ ਹੀ ਕੋਈ ਸਟੇਟ ਆਪਣੀ ਕਿਸੇ ਇੱਕ ਰਿਲੀਜਨ ਨੂੰ ਸਪੋਰਟ ਕਰਦੀ ਆ। ਇਨ ਇੰਡੀਆ ਗਵਰਨਮੈਂਟ ਸਪੇਸਿਸ ਲਾਈਕ ਲਾ ਕੋਰਟਸ, police stations, government schools and offices are not supposed to display or promote any one religion. ਹੁਣ ਇੰਡੀਆ ਦੇ ਵਿੱਚ ਕਹਿੰਦੇ ਕੋਈ ਵੀ ਮਤਲਬ ਕਿ ਸਰਕਾਰੀ ਸੰਸਥਾ ਜਾਂ ਸਕੂਲ ਹੈ ਨਾ, ਅਤੇ ਜਾਂ ਕੋਈ ਆਫਿਸ ਹੈ ਜਾਂ ਕੋਈ ਪੁਲਿਸ ਸਟੇਸ਼ਨ ਹੈ ਜਾਂ ਕੋਰਟਸ ਨੇ ਆਪਣੇ, ਠੀਕ ਹੈ, ਕਿਸੇ ਵੀ ਸੰਸਥਾ ਨੂੰ ਕਿਸੇ ਇੱਕ ਰਿਲੀਜਨ ਨੂੰ ਸਪੋਰਟ ਕਰਨ ਦਾ ਹੱਕ ਨਹੀਂ ਹੈਗਾ, ਅਤੇ ਨਾ ਹੀ ਉਹ ਸਪੋਰਟ ਕਰਦੇ ਨੇ, ਹੈ ਨਾ, ਨਾ ਹੀ ਉਹ ਪ੍ਰਮੋਟ ਕਰਦੇ ਨੇ। Next page. In the above storyboard, the celebration of the religious festival within the school would have been violation of government's policy of treating all religions equally. ਇਹੀ ਰੀਜ਼ਨ ਹੈ ਕਹਿੰਦੇ ਆਪਣੇ ਵੀ ਕੰਟਰੀ ਦੇ ਵਿੱਚ ਕਿ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਕੋਈ ਵੀ ਫੈਸਟੀਵਲ ਹੈ ਜਿਹੜਾ ਮਤਲਬ ਕਿ ਕਿਸੇ ਪਾਰਟੀਕੂਲਰ ਧਰਮ ਨਾਲ ਰਿਲੇਟਡ ਹੈ, ਉਹਨੂੰ ਸੈਲੀਬਰੇਟ ਨਹੀਂ ਕੀਤਾ ਜਾਂਦਾ। ਉਸ ਦਿਨ ਸਿਰਫ ਹੋਲੀਡੇ ਕੀਤੀ ਜਾਂਦੀ ਹੈ, ਅਤੇ ਤਾਂ ਕਿ ਕਿਸੇ ਇੱਕ ਰਿਲੀਜਨ ਨੂੰ ਆਪਾਂ ਪ੍ਰਮੋਟ ਕਰਦੇ ਅਤੇ ਦੂਜੇ ਨੂੰ ਇਹ ਨਾ ਲੱਗੇ ਕਿ ਹਾਂ ਸਾਡਾ ਰਿਲੀਜਨ ਨੂੰ ਪ੍ਰਮੋਟ ਨਹੀਂ ਹੋ ਰਿਹਾ, ਸਾਡੇ ਰਿਲੀਜਨ ਦੀ ਕੋਈ ਸੈਲੀਬ੍ਰੇਸ਼ਨ ਨਹੀਂ ਹੋ ਰਹੀ, ਠੀਕ ਹੈ। ਅਤੇ ਇਹ ਦਿਸ ਰੂਲ ਡਜ਼ ਨਾਟ ਅਪਲਾਈ ਟੂ ਪ੍ਰਾਈਵੇਟ ਸਕੂਲਸ। ਪ੍ਰਾਈਵੇਟ ਸਕੂਲਸ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਕਿਹੜਾ ਜਿਹੜਾ ਰਿਲੀਜਨ ਹੈ ਉਹਨਾਂ ਨੇ ਫੋਲੋ ਕਰਨਾ, ਕਿਹੜਾ ਪ੍ਰਮੋਟ ਕਰਨਾ, ਕਿਹੜਾ ਤਿਉਹਾਰ ਹੈ ਉਹਨਾਂ ਨੇ ਜਿਹੜਾ ਸੈਲੀਬ੍ਰੇਟ ਕਰਨਾ, ਹੈ ਨਾ। ਸੋ ਇਹ ਪ੍ਰਾਈਵੇਟ ਸਕੂਲਸ ਦੇ ਉੱਤੇ ਰੂਲ ਫੋਲੋ ਨਹੀਂ ਕਰਦੇ, ਹੈ ਨਾ, ਜਾਂ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ। ਦ ਸੈਕਿੰਡ ਵੇ ਇਨ ਵਿਚ ਇੰਡੀਅਨ ਸੈਕੂਲਰਿਜ਼ਮ ਵਰਕਸ to prevent the above domination is through a strategy of non-interference.
ਦੂਜਾ ਤਰੀਕਾ ਕੀ ਹੈ, ਉਹ ਇੰਟਰਫੇਅਰ ਹੀ ਨਹੀਂ ਕਰਦੇ ਕਿਸੇ ਦੀ ਲਾਈਫ ਦੇ ਵਿੱਚ ਕਿ ਤੂੰ ਕਿਹੜਾ ਰਿਲੀਜਨ ਫੋਲੋ ਕਰਦਾ ਕੋਈ ਪਰਸਨ ਹੈ ਨਾ ਜਾਂ ਕੋਈ ਦੂਜਾ, ਉਹ ਇੰਟਰਫੇਅਰ ਨਹੀਂ ਕਰਦੇ, ਉਹ ਮਤਲਬ ਆਪਣੀ ਮਰਜ਼ੀ ਹੁੰਦੀ ਹੈ ਨਾ। ਦਿਸ ਮੀਨਸ ਦੈਟ ਇਨ ਆਰਡਰ ਟੂ ਰਿਸਪੈਕਟ ਦਾ ਸੈਂਟੀਮੈਂਟਸ ਆਫ ਆਲ ਰਿਲੀਜਨਸ ਐਂਡ ਨਾਟ ਇੰਟਰਫੇਅਰ ਵਿਦ ਦਾ ਰਿਲੀਜੀਅਸ ਪ੍ਰੈਕਟਿਸਿਸ ਦਾ ਸਟੇਟ ਮੇਕ ਸਰਟਨ ਐਕਸੈਪਸ਼ਨਸ ਫॉर ਪਾਰਟੀਕੂਲਰ ਰਿਲੀਜੀਅਸ ਕਮਿਊਨਿਟੀਜ਼ ਹੈ ਨਾ। ਸੋ ਸਾਰਿਆਂ ਦੇ ਧਰਮ ਦੀ ਇੱਜ਼ਤ ਕੀਤੀ ਜਾਂਦੀ ਹੈ, ਰਿਸਪੈਕਟ ਕੀਤੀ ਜਾਂਦੀ ਹੈ। ਕਿਸੇ ਵੀ ਇੱਕ ਦੂਜੇ ਦੇ ਮਤਲਬ ਧਰਮ ਨਾਲ ਜਾਂ ਧਾਰਮਿਕ ਖਿਆਲਾਂ ਨਾਲ ਛੇੜਛਾੜ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਉਹਨਾਂ ਦੀਆਂ ਜਿਹੜੀਆਂ ਪ੍ਰੈਕਟਿਸਿਸ ਨੇ ਉਹਨਾਂ ਨੂੰ ਮਤਲਬ ਕਿ ਛੇੜਿਆ ਜਾਂਦਾ ਗਾ। ਦਾ ਸਟੇਟ ਮੇਕਸ ਐਕਸੈਪਸ਼ਨ ਬਣਾਈਆਂ ਜਾਂਦੀਆਂ ਨੇ ਹੈ ਨਾ। ਜਿੱਦਾਂ ਕਿ ਫੋਰ ਐਗਜ਼ਾਮਪਲ ਆਪਾਂ ਕਹਿ ਲਓ ਵੀ ਈਦ ਦਾ ਤਿਉਹਾਰ ਹੈ ਨਾ, ਉਸ ਦਿਨ ਸਰਕਾਰੀ ਸਕੂਲ ਦੇ ਵਿੱਚ ਛੁੱਟੀ ਕਰ ਦੇਣਗੇ, ਅਤੇ ਜਾਂ ਕੋਈ ਹਿੰਦੂਆਂ ਦਾ ਕੋਈ ਤਿਉਹਾਰ ਆ ਗਿਆ ਉਸ ਦਿਨ ਉਹ ਛੁੱਟੀ ਹੋ ਜੂਗੀ। ਇਹ ਨਹੀਂ ਲੱਗੂਗਾ ਮਤਲਬ ਕਿ ਸਕੂਲ ਦੇ ਵਿੱਚ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ ਕੋਈ ਵੀ ਤਿਉਹਾਰ, ਤਾਂ ਕਿ ਦੂਜੇ ਧਰਮ ਦੇ ਪਰਸਨ ਨੂੰ ਇਹ ਨਾ ਲੱਗੇ ਕਿ ਸਾਡਾ ਧਰਮ ਦਾ ਕੋਈ ਚੀਜ਼ ਸੈਲੀਬ੍ਰੇਟ ਨਹੀਂ ਕਰਦੇ ਅਤੇ ਇਹ ਕਿਸੇ ਹੋਰ ਧਰਮ ਨੂੰ ਪ੍ਰਮੋਟ ਕਰਦੇ ਨੇ ਹੈ ਨਾ। ਇਨ ਦਾ ਅਬਵ ਸਟੋਰੀ ਬੋਰਡ ਪਰਮਜੀਤ ਦਾ ਸਿੱਖ ਯੂਥ ਡਜ਼ ਨਾਟ ਹੈਵ ਟੂ ਵੀਅਰ ਅ ਹੈਲਮਟ, ਦਿਸ ਇਜ਼ ਬਿਕੋਜ਼ ਦਾ ਇੰਡੀਅਨ ਸਟੇਟ ਰੈਕਗਨਾਈਜ਼ ਦਾ ਬੀਅਰਿੰਗ ਅ ਪਗੜੀ ਇਜ਼ ਸੈਂਟਰਲ ਟੂ ਸਿੱਖਸ ਰਿਲੀਜੀਅਸ ਪ੍ਰੈਕਟਿਸਿਸ ਐਂਡ ਇਨ ਆਰਡਰ ਨਾਟ ਟੂ ਇੰਟਰਫੇਅਰ ਵਿਦ ਦਿਸ ਅਲਾਉਸ ਐਨ ਐਕਸੈਪਸ਼ਨ ਇਨ ਲਾ ਹੈ ਨਾ। ਐਕਸੈਪਸ਼ਨ ਕਿੱਦਾਂ ਹੈ ਨਾ, ਜਿੱਦਾਂ ਮੰਨ ਲਓ ਕਿ ਆਪਾਂ ਜਦੋਂ ਪੱਗ ਬੰਨ੍ਹਦੇ ਨੇ ਜਿਹੜੇ ਲੋਕ ਹੈ ਨਾ, ਉਹ ਹੈਲਮਟ ਨਹੀਂ ਲਾਉਂਦੇ ਅਤੇ ਇਹ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਅਲਾਓ ਹੈ, ਠੀਕ ਹੈ, ਕਿ ਜਿਹੜਾ ਬੰਦਾ ਪੱਗ ਬੰਨ੍ਹਦਾ ਉਹਨੂੰ ਹੈਲਮਟ ਵੀਅਰ ਕਰਨਾ ਲਾਜ਼ਮੀ ਨਹੀਂ ਹੈਗਾ। ਅਤੇ ਇਹ ਸਿੱਖ ਧਰਮ ਦਾ ਮਤਲਬ ਕਿ ਸਨਮਾਨ ਰਿਸਪੈਕਟ ਆਪਾਂ ਕਹਿ ਸਕਦੇ ਹਾਂ ਨਾ, ਰਿਸਪੈਕਟ ਦੇ ਤੌਰ 'ਤੇ ਸਿੱਖਾਂ ਨੂੰ ਅਲਾਓ ਕੀਤਾ ਜਾਂਦਾ ਗਾ ਕਿ ਪਗੜੀ ਵੀਅਰ ਕਰਕੇ ਆਪਾਂ ਬਾਈਕ ਚਲਾ ਸਕਦੇ ਹਾਂ ਵਿਦਾਊਟ ਐਨੀ ਹੈਲਮਟ। The third way in which Indian secularism works to prevent the domination listed earlier is through a strategy of intervention ਦੇ through ਇੱਕ ਤੀਜਾ ਵੇ ਹੈ ਨਾ। For example, you read earlier in this chapter about the untouchability. This is a good example where members of the same religion dominate other members within it. ਹੁਣ ਇੱਕ ਧਰਮ ਦੇ ਵਿੱਚ ਵੀ ਹੈ ਨਾ ਆਪਾਂ ਉੱਚੀਆਂ ਨੀਵੀਆਂ ਕਾਸਟ ਵੰਡ ਲੈਂਦੇ ਹਾਂ ਹੈ ਨਾ, ਕਿ ਇਹ ਅੱਪਰ ਕਾਸਟ ਦਾ ਹਿੰਦੂ ਹੈ, ਲੋਅ ਕਾਸਟ ਦਾ ਹਿੰਦੂ ਹੈ, ਉਹ ਫਿਰ ਅੱਪਰ ਕਾਸਟ ਵਾਲੇ ਲੋਅਰ ਕਾਸਟ ਨੂੰ ਡੋਮੀਨੇਟ ਕਰਨ ਲੱਗ ਜਾਂਦੇ ਨੇ। ਇਨ ਆਰਡਰ ਟੂ ਪ੍ਰੀਵੈਂਟ ਦਿਸ ਰਿਲੀਜਨ ਬੇਸਡ ਐਕਸਕਲੂਜਨ ਐਂਡ ਡਿਸਕ੍ਰਿਮੀਨੇਸ਼ਨ ਆਫ ਲੋਅਰ ਕਾਸਟ ਦਾ ਇੰਡੀਅਨ ਕੌਂਸਟੀਟਿਊਸ਼ਨ ਬੈਨਸ ਅਨਟੱਚੇਬਿਲਿਟੀ। ਸੋ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਕੀ ਹੈ, ਅਨਟੱਚੇਬਿਲਿਟੀ ਨੂੰ ਬੈਨ ਹੀ ਕਰਤਾ। ਇਹ ਨਹੀਂ ਮਤਲਬ ਕਿ ਸਾਰੇ ਜਾਤਾਂ ਪਾਤਾਂ ਦੇ ਵਿੱਚ ਵੰਡਣੇ ਲੋਕ ਬੰਦ ਕਰਤੇ ਹੈ ਨਾ। ਇਨ ਦਿਸ ਇੰਸਟੈਂਸ ਦਾ ਸਟੇਟ ਇਜ਼ ਇੰਟਰਵੇਨਿੰਗ ਇਨ ਰਿਲੀਜਨ ਇਨ ਆਰਡਰ ਟੂ ਐਂਡ ਅਪ ਸੋਸ਼ਲ ਪ੍ਰੈਕਟਿਸ that it believes discriminates and excludes and that violates fundamental rights of lower castes who are citizens of this country. ਸੋ ਸਾਰੀਆਂ ਪ੍ਰੈਕਟਿਸਸ ਸਾਰੇ ਸੋਸ਼ਲ ਕੰਮ ਜਿਹੜੇ ਹੈ ਨਾ ਹੁੰਦੇ ਨੇ ਅੱਪਰ ਕਾਸਟ ਨੂੰ ਜਿਹੜੇ ਡੋਮੀਨੇਟ ਕਰਦੇ ਨੇ ਹੈ ਨਾ ਲੋਅਰ ਕਾਸਟ ਦੇ ਉੱਤੋਂ ਦੀ, ਉਹ ਸਾਰੀਆਂ ਪ੍ਰੈਕਟਿਸਸ ਦੇ ਉੱਤੇ ਬੈਨ ਲਾ ਦਿੰਦੇ ਨੇ ਅਤੇ ਜਾਂ ਉਹਨਾਂ ਨੂੰ ਬਿਲਕੁਲ ਪੱਕੇ ਤੌਰ 'ਤੇ ਬੰਦ ਕੀਤਾ ਜਾਂਦਾ ਹੈਗਾ ਆਪਣੇ ਕੌਂਸਟੀਟਿਊਸ਼ਨ ਦੇ ਦੁਆਰਾ। ਸਿਮਿਲਰਲੀ ਟੂ ਐਨਸ਼ੋਰ ਦੈਟ ਲਾਜ਼ ਰਿਲੇਟਿੰਗ ਟੂ ਇਕੁਅਲ ਇਨਹੈਰੀਟੈਂਸ ਰਾਈਟਸ ਆਰ ਰਿਸਪੈਕਟਡ that the state may have to intervene in the religion based personal laws of communities. ਇਨਹੈਰੀਟੈਂਸ ਮਤਲਬ ਜੋ ਕਿ ਆਪਾਂ ਨੂੰ ਜੱਦੀ ਪੁਸ਼ਤੀ ਆਪਣਾ ਚੱਲਦਾ ਆ ਰਿਹਾ, ਠੀਕ ਹੈ, ਉਹ ਚੀਜ਼ਾਂ ਨੂੰ ਵੀ ਆਪਣੇ ਜਿਹੜੇ ਹੱਕ ਨੇ ਜਾਂ ਅਧਿਕਾਰ ਨੇ ਆਪਣੇ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਦੀ ਵੀ ਰਿਸਪੈਕਟ ਕੀਤੀ ਜਾਂਦੀ ਹੈ। ਰਿਲੀਜਨ ਬੇਸਡ ਪਰਸਨਲ ਲਾਜ਼ ਹੁੰਦੇ ਨੇ ਹੈ ਨਾ ਹਰੇਕ ਕਮਿਊਨਿਟੀ ਦੇ, ਅਤੇ ਉਹਨਾਂ ਦੀ ਰਿਸਪੈਕਟ ਕੀਤੀ ਜਾਂਦੀ ਹੈ। ਦਾ ਇੰਟਰਵੈਂਸ਼ਨ ਆਫ ਦਾ ਸਟੇਟ ਕੈਨ ਆਲਸੋ ਬੀ ਇਨ ਦਾ ਫੋਰਮ ਆਫ ਸਪੋਰਟ। ਕਿਸੇ ਵੀ ਸਟੇਟ ਦਾ ਇੰਟਰਵੈਂਸ਼ਨ ਉਸ ਕਿਸੇ ਪਰਸਨ ਦੇ ਰਿਲੀਜਨ ਨੂੰ ਸਪੋਰਟ ਕਰਕੇ ਵੀ ਕੀਤਾ ਜਾਂਦਾ ਹੈ। ਦਾ ਇੰਡੀਅਨ ਕੌਂਸਟੀਟਿਊਸ਼ਨ ਗ੍ਰਾਂਟਸ ਦਾ ਰਾਈਟ ਟੂ ਰਿਲੀਜੀਅਸ ਕਮਿਊਨਿਟੀਜ਼ ਟੂ ਸੈਟ ਅਪ ਦੇਅਰ ਓਨ ਸਕੂਲਸ ਐਂਡ ਕਾਲਜਿਸ। ਇਟ ਆਲਸੋ ਗਿਵਸ ਦੈਮ ਫਾਈਨੈਂਸ਼ੀਅਲ ਏਡ ਔਨ ਅ ਨੋਨ ਪ੍ਰੈਫਰੈਂਸ਼ੀਅਲ ਬੇਸਿਸ। ਇੰਡੀਅਨ ਕੌਂਸਟੀਟਿਊਸ਼ਨ ਕੀ ਕਰਦਾ ਹੈਗਾ, ਸਾਰਿਆਂ ਨੂੰ ਅਧਿਕਾਰ ਹੈ ਕਿ ਆਪਾਂ ਆਪਣੇ ਧਰਮ ਨੂੰ ਪ੍ਰਮੋਟ ਕਰਨ ਲਈ ਇੱਕ ਆਪਣੀ ਕੋਈ ਸੰਸਥਾ ਬਣਾ ਸਕਦੇ ਹਾਂ, ਅਤੇ ਜਿਹਨੂੰ ਮਤਲਬ ਕਿ ਪ੍ਰਮੋਟ ਕਰਨ ਦੇ ਲਈ ਜਾਂ ਜਿਹਨੂੰ ਬਣਾਉਣ ਦੇ ਲਈ ਗਵਰਨਮੈਂਟ ਆਪਾਂ ਨੂੰ ਫਾਈਨੈਂਸ਼ੀਅਲ ਹੈਲਪ ਕਰਦੀ ਹੈ। ਅਤੇ ਆਪਾਂ ਆਪਣਾ ਪਰਸਨਲ ਜੇ ਕੋਈ ਚੀਜ਼ ਆਪਾਂ ਰਿਲੀਜਨ ਨੂੰ ਜਾਂ ਆਪਣੇ ਜਿਹੜੇ ਪ੍ਰੈਕਟਿਸਿਸ ਆਪਣੇ ਸੋਸ਼ਲ ਪ੍ਰੈਕਟਿਸਿਸ ਨੇ ਜੇ ਆਪਾਂ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਤਾਂ ਆਪਾਂ ਆਪਣੇ ਬੇਸਿਸ 'ਤੇ ਕਰ ਸਕਦੇ ਹਾਂ, ਅਤੇ ਗਵਰਨਮੈਂਟ ਇਸ ਨੂੰ ਸਪੋਰਟ ਵੀ ਕਰਦੀ ਹੈ। ਇਨ ਵਟ ਵੇ ਇਜ਼ ਇੰਡੀਅਨ ਸੈਕੂਲਰਿਜ਼ਮ ਡਿਫਰੈਂਟ ਫਰੋਮ ਦੈਟ ਆਫ ਅਦਰ ਡੈਮੋਕ੍ਰੇਟਿਕ ਕੰਟਰੀਜ਼। ਇੰਡੀਅਨ ਸੈਕੂਲਰਿਜ਼ਮ ਕਿੱਦਾਂ ਡਿਫਰੈਂਟ ਹੈ ਬਾਕੀ ਕੰਟਰੀਜ਼ ਦੇ ਨਾਲੋਂ, ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਦੇ ਹਾਂ, ਠੀਕ ਹੈ।